ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਗੁਰੂ ਦਰਬਾਰ ਦੀਆਂ ਹਾਜ਼ਰੀਆਂ ਨਿਤਨੇਮ ਕਰਮ ਅਨੁਸਾਰ ਪਰਮੇਸ਼ਰ ਦੇ ਹੁਕਮ ਨੂੰ ਮੰਨਦੇ ਹੋਏ ਪਰਮਾਤਮਾ ਦੇ ਘਰ ਵਿੱਚ ਹਾਜ਼ਰੀਆਂ ਆਪੋ ਆਪਣੀਆਂ ਲਗਵਾ ਕੇ ਜਨਮ ਦੇ ਕੁਛ ਪਲ ਸਫਲਿਆ ਕਰਨ ਦੇ ਯਤਨ ਕਰਦੇ ਹਾਂ। ਗੁਰੂ ਸਾਹਿਬ ਜੀ ਮਹਾਰਾਜ ਨੇ ਕਰੋੜਾਂ ਦਰ ਐਸੇ ਨੇ ਜਿਨ੍ਹਾਂ ਦਰਾਂ 'ਤੇ ਅਕਸਰ ਦੁਨੀਆ ਆਪੋ ਆਪਣੀਆਂ ਸਜਦਾ ਕਰਦੀ ਹੈ ਅਤੇ ਹਰ ਇੱਕ ਦਰ ਤੋਂ ਕੋਈ ਨਾ ਕੋਈ ਫਲ ਮਨੁੱਖਤਾ ਦੀ ਝੋਲੀ ਦੇ ਵਿੱਚ ਜ਼ਰੂਰ ਪੈਂਦਾ ਹੈ। ਇਸ ਦੁਨੀਆ 'ਤੇ ਕਿੰਨੇ ਐਸੇ ਦਰ ਨੇ ਜਿਹੜੇ ਦਰਾਂ 'ਤੇ ਦੁਨੀਆ ਆਪਣਾ ਸਜਦਾ ਕਰਕੇ ਅਨੇਕਾਂ ਤਰ੍ਹਾਂ ਦੀਆਂ ਮੰਗਾਂ ਰੱਖੀਆਂ ਜਾਂਦੀਆਂ ਨੇ ਅਤੇ ਉਹ ਮੰਗਾਂ ਪੂਰਨ ਵੀ ਹੋ ਜਾਂਦੀਆਂ ਹਨ। ਪਰ ਇਹ ਸਿਰਫ ਅਤੇ ਸਿਰਫ ਸੰਸਾਰਕ ਮੰਗਾਂ ਨੇ। ਜਿਹੜੀ ਮੰਗ ਮੰਗੀ ਪੂਰਨ ਹੋ ਗਈ, ਸੁੱਖ ਮਿਲਿਆ ਥੋੜ੍ਹੇ ਪਲਾਂ ਦਾ, ਫਿਰ ਉਹ ਦੁੱਖਾਂ ਦੇ ਵਿੱਚ ਤਬਦੀਲ ਹੋ ਜਾਂਦੀ ਹੈ। ਕਿਉਂਕਿ ਕੋਈ ਵੀ ਸੁੱਖ ਐਸਾ ਨਹੀਂ ਹੈ ਜਿਹੜਾ ਦੁੱਖਾਂ ਦੇ ਵਿੱਚ ਤਬਦੀਲ ਨਾ ਹੋਵੇ, ਕੋਈ ਵੀ ਦੁੱਖ ਐਸਾ ਨਹੀਂ ਜਿਹੜਾ ਸੁੱਖਾਂ ਦੇ ਵਿੱਚ ਤਬਦੀਲ ਨਾ ਹੋਵੇ। ਤੋ ਛੋਟੇ ਛੋਟੇ ਸੁੱਖ ਅਨੇਕਾਂ ਦਰਾਂ ਤੋਂ ਬੰਦਾ ਮੰਗਦਾ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਕਿ ਵਾਰ-ਵਾਰ ਮੰਗ ਮੰਗਣੀ, ਵਾਰੀ-ਵਾਰੀ ਦਰ ਬਦਲਦੇ ਰਹਿਣਾ, ਇੰਜ ਤੇ ਤੇਰਾ ਜਿਹੜਾ ਜੀਵਨ ਹੈ ਇਹ ਬਹੁਤਾ ਕੋਈ ਚੰਗਾ ਉੱਚਾ ਤੇ ਸੁੱਚਾ ਨਹੀਂ ਬਣੇਗਾ। ਇਸ ਦੇ ਨਾਲ ਤੇ ਜੀਵਨ ਜਿਹੜਾ ਹੈ ਉਹ ਬਿਲਕੁਲ ਥੱਲੇ ਡਿੱਗ ਪਵੇਗਾ। ਕਿਉਂਕਿ ਬਹੁਤੀਆਂ ਮੰਗਾਂ ਮੰਗਦੇ ਮੰਗਦੇ ਮਨੁੱਖ ਨੂੰ ਪਤਾ ਵੀ ਨਹੀਂ ਲੱਗਦਾ ਕਿ ਮੇਰਾ ਇਹ ਜਿਹੜਾ ਜੀਵਨ ਹੈ ਇਹ ਕਿੰਨਾ ਥੱਲੇ ਡਿੱਗ ਪਿਆ ਹੈ, ਕਿੰਨਾ ਇਹ ਜੀਵਨ ਜਿਹੜਾ ਹੈ ਉਹ ਗਿਰ ਗਿਆ ਹੈ। ਅਤੇ ਜੇ ਕੋਈ ਮਨੁੱਖ ਗਿਰ ਜਾਵੇ, ਉਹਨੂੰ ਸਮਾਜ ਦੇ ਵਿੱਚ ਚੁੱਕ ਕੇ ਖੜ੍ਹਾ ਕੀਤਾ ਜਾ ਸਕਦਾ ਹੈ। ਕਿਸੇ ਦੀ ਲੱਤ ਬਾਂਹ ਚਲੀ ਜਾਵੇ, ਡਾਕਟਰ ਵੈਦ ਹਕੀਮ ਬਨਾਵਟੀ ਲੱਤ ਲਾ ਕੇ ਨਾਲ ਕੁਝ ਨਾ ਕੁਝ ਸਹਾਰਾ ਦੇ ਕੇ ਬੰਦੇ ਨੂੰ ਤੁਰਨ ਜੋਗਰਾ ਕਰ ਦਿੰਦੇ ਨੇ। ਡਿੱਗਿਆ ਸੀ, ਲੱਤ ਟੁੱਟੀ ਹੈ ਤਾਂ ਬਨਾਵਟੀ ਲੱਤ ਵੀ ਮਿਲ ਗਈ, ਬਨਾਵਟੀ ਲੱਤ ਦੇ ਨਾਲ ਕੁਝ ਸਹਾਰਾ ਮਿਲ ਗਿਆ, ਬੰਦਾ ਫਿਰ ਚੱਲਣ ਲੱਗ ਜਾਂਦਾ ਹੈ। ਕਿਉਂਕਿ ਇਹ ਦੁਨੀਆਦਾਰੀ ਦੇ ਵਿੱਚ ਡਿੱਗਿਆ ਸੀ, ਸਰੀਰ ਕਰਕੇ ਡਿੱਗਿਆ ਹੋਇਆ। ਇੱਕ ਮਨੁੱਖ ਹੁੰਦਾ ਹੈ ਜਿਹੜਾ ਨੀਅਤ ਕਰਕੇ ਡਿੱਗਦਾ ਹੈ। ਇੱਕ ਦਰ ਨੂੰ ਛੱਡਿਆ, ਅਗਾਹਾਂ ਦਰ 'ਤੇ, ਹੋਰ ਦਰ 'ਤੇ, ਇੱਥੋਂ ਸੁੱਖ ਮੰਗੇ ਨਹੀਂ ਪੂਰੇ ਹੋਏ, ਹੋਰ ਦਰ 'ਤੇ ਚਲਿਆ ਗਿਆ। ਇਸ ਮਨੁੱਖ ਨੂੰ ਜਿਹੜਾ ਵਾਰੀ ਵਾਰੀ ਦਰ ਬਦਲਦੇ ਰਹਿਣਾ, ਵਾਰੀ ਵਾਰੀ ਪਰਮਾਤਮਾ ਦਾ ਦਰ ਬਦਲਦੇ ਰਹਿਣਾ, ਵਾਰੀ ਵਾਰੀ ਮੰਗਾਂ ਹੀ ਮੰਗੀ ਜਾਣੀਆਂ, ਮੰਗਾਂ ਹੀ ਮੰਗੀ ਜਾਣੀਆਂ, ਇਹਨੂੰ ਕਹਿੰਦੇ ਨੇ ਨੀਅਤ ਤੋਂ ਡਿੱਗਿਆ ਹੋਇਆ ਮਨੁੱਖ। ਜਿਹੜਾ ਇੱਕ ਵਾਰੀ ਡਿੱਗ ਪਵੇ ਇਹਨੂੰ ਬਾਅਦ ਦੇ ਵਿੱਚ ਚੁੱਕਿਆ ਨਹੀਂ ਜਾ ਸਕਦਾ। ਆਮ ਡਿੱਗੇ ਹੋਏ ਮਨੁੱਖ ਨੂੰ ਦੁਨੀਆ ਚੁੱਕ ਲੈਂਦੀ ਹੈ, ਨੀਅਤ ਤੋਂ ਡਿੱਗੇ ਹੋਏ ਮਨੁੱਖ ਨੂੰ ਚੁੱਕਿਆ ਨਹੀਂ ਜਾ ਸਕਦਾ। ਤੋ ਜੇ ਇਸ ਤੋਂ ਡਿੱਗ ਪਿਆ ਤਾਂ ਫਿਰ ਕਦੇ ਚੁੱਕਿਆ ਨਹੀਂ ਜਾਵੇਗਾ। ਤੋ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਵਾਰੀ ਵਾਰੀ ਤੂੰ ਜਦੋਂ ਮੰਗਾਂ ਹੀ ਮੰਗੀ ਜਾਂਦਾ, ਮੰਗਾਂ ਹੀ ਮੰਗੀ ਜਾਂਦਾ, ਇੱਕ ਦਿਨ ਤੈਨੂੰ ਆਪਣੀ ਜ਼ਿੰਦਗੀ ਇੰਝ ਲੱਗੂਗੀ ਕਿ ਤੂੰ ਬਿਲਕੁਲ ਹੀ ਮੰਗਤਾ ਹੈ। ਸਾਰੀ ਜ਼ਿੰਦਗੀ ਮੰਗਦਿਆਂ ਨੇ ਲੰਘਾ ਦਿੱਤੀ।
ਇਹ ਜ਼ਿੰਦਗੀ ਨੂੰ ਤੋਂ ਬਿਲਕੁਲ ਮੰਗਤੀ ਜ਼ਿੰਦਗੀ ਬਣਾ ਕੇ ਰੱਖ ਦਿੱਤੀ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਹਨ, ਛੋਟੀਆਂ ਛੋਟੀਆਂ ਤੇਰੀਆਂ ਮੰਗਾਂ ਪੂਰੀਆਂ ਹੁੰਦੀਆਂ ਨੇ, ਇਹਨਾਂ ਨੂੰ ਛੱਡ ਦੇ। ਨਾਨਕ ਕੱਚੜਿਆਂ ਸਿਉ ਤੋੜ, ਢੋਂਡ ਸੱਜਣ ਸੰਤ ਪੱਕਿਆ, ਓਏ ਜੀਵੰਦੇ ਵਿਛੜੈ, ਓਏ ਮੋਇਆ ਨਾ ਜਾਈ ਛੋੜ। ਇਹਨਾਂ ਕੱਚਿਆਂ ਦੇ ਨਾਲੋਂ ਤੂੰ ਆਪਣੀਆਂ ਪ੍ਰੀਤਾਂ ਤੋੜ ਤੇ ਇੱਕ ਐਸੇ ਨਾਲ ਪ੍ਰੀਤ ਲਾ ਲੈ ਕਿ ਤੈਨੂੰ ਸਿਰਫ ਇੱਕ ਦੇ ਨਾਲ ਪ੍ਰੀਤ ਲਾਉਣੀ ਪਵੇ, ਬਾਕੀ ਸਾਰੇ ਦੇ ਸਾਰਿਆਂ ਦੇ ਨਾਲ ਪ੍ਰੀਤਾਂ ਆਪੇ ਲੱਗ ਜਾਣ। ਜਿਸ ਨੇ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੂੰ ਆਪਣਾ ਨਿਮਰਤਾ ਸਹਿਤ ਸੀਸ ਝੁਕਾ ਦਿੱਤਾ, ਸਮਝ ਲਓ ਦੁਨੀਆ ਭਰ ਦੇ ਸਾਰੇ ਗ੍ਰੰਥਾਂ ਨੂੰ ਉਹਨੇ ਸੀਸ ਝੁਕਾ ਦਿੱਤਾ। ਤੇ ਜਦ ਤੂੰ ਪ੍ਰੀਤ ਲਾਉਣੀ ਹੈ ਤੇ ਉਸ ਦੇ ਨਾਲ ਲਾ ਜਿਹੜਾ ਸਿਰਮੌਰ ਹੈ, ਜਿਹਦੇ ਦਰ ਤੇ ਜਿਹਦੇ ਘਰ ਦੇ ਵਿੱਚ ਅੱਜ ਤੱਕ ਦੁਨੀਆ ਦੇ तमाम ਵੱਡੇ ਤੋਂ ਵੱਡੇ ਰਾਜੇ ਮਹਾਰਾਜੇ ਆ ਕੇ ਝੁਕੇ ਨੇ। ਭਾਵੇਂ ਦਾਰੇ ਸ਼ਕੋ ਨੇ ਗੁਰੂ ਨਾਨਕ ਦੇ ਕਲਾਮ ਤੇ ਕਿੰਤੂ ਪ੍ਰੰਤੂ ਕੀਤਾ ਸੀ, ਸੁਲਤਾਨਾ ਘਾਹੋ ਕਰਾਇਂਦਾ, ਦਰ ਮੰਗਣ ਭਿੱਖ ਨਾ ਪਾਈਂਦਾ। ਕਹਿੰਦੇ ਸੁਲਤਾਨਾ ਕਹਿੰਦੇ ਨੇ ਰਾਜੇ ਨੂੰ, ਜਦ ਉਹਨੇ ਦਾਰੇ ਸ਼ਕੋ ਨੇ ਸੁਣਿਆ ਤੇ ਸੁਣ ਕੇ ਉਹਨੇ ਬੜਾ ਹੈਰਾਨ ਕਰਨ ਦਾ ਬਾਰੇ ਗੱਲ ਉਸਨੇ ਕਹੀ, ਕਹਿਣ ਲੱਗਿਆ ਇਹ ਦੁਨੀਆ ਦੇ ਵਿੱਚ ਕਿਵੇਂ ਹੋ ਜੂ ਕਿ ਦੁਨੀਆ ਦਾ ਰਾਜਾ ਹੋਵੇ ਤੇ ਉਹਨੂੰ ਘਾਹ ਖਾਣਾ ਪੈ ਜੇ, ਇਹ ਕਿਵੇਂ ਹੋ ਸਕਦਾ ਹੈ। ਸਮਾਂ ਲੰਘਿਆ, ਦੂਸਰੀ ਰਿਆਸਤ ਦੇ ਰਾਜਿਆਂ ਨੇ ਦਾਰੇ ਸ਼ਕੋ ਨੂੰ ਪਕੜ ਲਿਆ, ਸੰਗਲਾਂ ਦੇ ਨਾਲ ਬੰਨਿਆ, ਹਾਥੀ ਤੇ ਬਿਠਾ ਲਿਆ। ਭੁੱਖ ਲੱਗੀ ਹੈ, ਪਿਆਸ ਲੱਗੀ ਹੈ, ਛੋਲਿਆਂ ਦਾ ਖੇਤ ਆਇਆ, ਕਹਿੰਦਾ ਮੈਨੂੰ ਉਤਾਰ ਦਿਓ, ਮੈਂ ਛੋਲਿਆਂ ਦੀਆਂ ਟਾਟਾਂ ਖਾ ਕੇ ਤੇ ਗੁਜ਼ਾਰਾ ਕਰ ਲਾਂ, ਬਹੁਤ ਭੁੱਖ ਲੱਗੀ ਹੈ। ਹਾਥੀ ਤੋਂ ਉਤਾਰਿਆ ਗਿਆ ਹੁਕਮ ਲੈ ਕੇ, ਕਹਿੰਦਾ ਤੁਸੀਂ ਮੇਰੇ ਹੱਥਾਂ ਦੇ ਜਿਹੜੇ ਹੱਥ ਪਿੱਛੇ ਕਰਕੇ ਬੰਨੇ ਨੇ ਨਾ, ਕਿਉਂਕਿ ਗੁਲਾਮ ਬੰਦੇ ਦੀ ਇਹ ਨਿਸ਼ਾਨੀ ਹੈ, ਗੁਨਾਹਗਾਰ ਬੰਦੇ ਦੀ ਇਹ ਨਿਸ਼ਾਨੀ ਹੈ, ਉਹਦੇ ਹੱਥ ਹਮੇਸ਼ਾ ਪਿੱਛੇ ਕਰਕੇ ਬੰਨੇ ਜਾਂਦੇ ਨੇ। ਤੇ ਉਹ ਕਹਿਣ ਲੱਗਿਆ ਤੁਸੀਂ ਮੇਰੇ ਹੱਥ ਖੋਲ੍ਹ ਦਿਓ, 3 ਮਿੰਟਾਂ ਵਾਸਤੇ ਮੈਂ ਟਾਟਾਂ ਖਾ ਖਾ ਕੇ ਗੁਜ਼ਾਰਾ ਕਰ ਲਾਂਗਾ। ਦਾਰੇ ਸ਼ਿਕੋ ਨੂੰ ਸਿਪਾਹੀ ਕਹਿਣ ਲੱਗੇ ਇਹ ਨਹੀਂ ਹੋ ਸਕਦਾ, ਸਾਨੂੰ ਜਿੰਨਾ ਕੁ ਹੁਕਮ ਆਇਆ ਤਾਂ ਇੱਥੋਂ ਹਾਥੀ ਤੋਂ ਉਤਾਰਨ ਦਾ ਹੁਕਮ ਆਇਆ ਸੀ, ਤੇਰੇ ਹੱਥ ਖੋਲ੍ਹਣ ਦਾ ਹੁਕਮ ਨਹੀਂ ਆਇਆ, ਤੇ ਅਸੀਂ ਤੇਰੇ ਹੱਥ ਨਹੀਂ ਖੋਲ੍ਹ ਸਕਦੇ। ਹੁਣ ਭੁੱਖ ਬੜੀ ਲੱਗੀ ਸੀ ਤੇ ਚਲੋ ਕਹਿੰਦੇ ਹੁਣ ਮੈਂ ਸਿੱਧਾ ਹੀ ਮੁਖੜਾ ਜਿਹੜਾ ਹੈ ਉਹ ਟਾਟਾਂ ਤੇ ਮਾਰਦਾ ਆਪਣਾ। ਜਿਸ ਮਨੁੱਖ ਨੂੰ ਬਹੁਤੀ ਭੁੱਖ ਲੱਗੀ ਹੋਵੇ ਉਹ ਕਦੇ ਬਹੁਤਾ ਸਵਾਦਿਸ਼ਟ ਭੋਜਨ ਨਹੀਂ ਪਾਲਦਾ, ਜਿਹਨੂੰ ਬਹੁਤੀ ਭੁੱਖ ਲੱਗੀ ਹੋਵੇ। ਤੇ ਜਿਹਨੂੰ ਭੁੱਖ ਨਾ ਲੱਗੀ ਹੋਵੇ 36 ਪ੍ਰਕਾਰ ਦੇ ਪਦਾਰਥ ਉਹਦੇ ਸਾਹਮਣੇ ਰੱਖਦੇ, ਉਹਨਾਂ ਤੇ ਵੀ ਨਖਰੇ ਕਰੀ ਜਾਂਦਾ ਰਹਿੰਦਾ ਹੈ, ਜਿਹਨੂੰ ਭੁੱਖ ਨਾ ਲੱਗੀ ਹੋਵੇ। ਤੇ ਦੁਨੀਆ ਐਸੇ ਮਨੁੱਖਾਂ ਦੇ ਜਿਨ੍ਹਾਂ ਨੂੰ ਭੁੱਖ ਨਹੀਂ ਲੱਗੀ, ਰੱਜਦਿਆਂ ਨੂੰ ਹੋਰ ਰਜਾਉਣ ਦੇ ਯਤਨ ਕਰਦੀ ਹੈ ਕਿ ਇਹਨੂੰ ਹੋਰ ਰਜਾਇਆ ਜਾਵੇ। ਭੁੱਖ ਦੇ ਅੱਗੇ ਮਨੁੱਖ ਬਹੁਤਾ ਸਵਾਦਿਸ਼ਟ ਭੋਜਨ ਨਹੀਂ ਪਾਲਦਾ, ਜਿਹੋ ਜਿਹਾ ਮਿਲ ਜਾਵੇ ਉਸ ਨੂੰ ਛਕ ਲੈਂਦਾ ਹੈ। ਦਾਰੇ ਸ਼ਕੋ ਦੇ ਹੱਥ ਨਹੀਂ ਖੋਲ੍ਹੇ ਤੇ ਜਦ ਉਹਨੇ ਆਪਣਾ ਮੁਖੜਾ ਛੋਲੇ ਦੀਆਂ ਟਾਟਾਂ ਤੇ ਮਾਰਨ ਦੇ ਯਤਨ ਕੀਤੇ ਨਾ, ਪਿੱਛੇ ਹੱਥ ਬੰਨੇ ਸੀ, ਬੇੜੀਆਂ ਲੱਗੀਆਂ ਹੋਈਆਂ ਸਨ, ਛੋਲਿਆਂ ਦੀ ਟਾਟ ਦੀ ਬਜਾਏ ਉਹਦਾ ਮੁਖੜਾ ਸੀ ਜਿਹੜਾ ਇੱਕ ਘਾਹ ਦੇ ਵਿੱਚ ਵੱਜ ਗਿਆ, ਤੇ ਘਾਹ ਸੀ ਜਿਹੜਾ ਦਾਰੇ ਸ਼ਕੋ ਦੇ ਮੂੰਹ ਦੇ ਵਿੱਚ ਪੈ ਗਿਆ। ਦਾਰੇ ਸ਼ਕੋ ਨੇ ਸੋਚਿਆ, ਕਹਿੰਦੇ ਛਕਣਾ ਤਾਂ ਛੋਲੇ ਸੀ, ਟਾਟਾਂ ਸੀ, ਪਰ ਹੁਣ ਘਾਹ ਮੂੰਹ ਦੇ ਵਿੱਚ ਆ ਗਿਆ, ਚੱਲ ਹੁਣ ਘਾਹ ਖਾ ਕੇ ਗੁਜ਼ਾਰਾ ਕਰ ਲੈ, ਹੁਣ ਹੋਰ ਤੇ ਕੋਈ ਹੱਲ ਨਹੀਂ। ਉੱਥੇ ਜਦੋਂ ਘਾਹ ਮੁਖੜੇ ਦੇ ਵਿੱਚ ਪਿਆ ਨਾ, ਫਿਰ ਦਾਰੇ ਸ਼ਕੋ ਦੇ ਯਾਦ ਆਇਆ ਕਿ ਇਹ ਗੁਰੂ ਨਾਨਕ ਜਿਹੜਾ ਤੁਹਾਡਾ ਕਲਾਮ ਹੈ ਨਾ, ਇਸ ਕਲਾਮ ਦੇ ਬਦਲੇ ਦੁਨੀਆ ਦੇ ਵਿੱਚ ਹੋਰ ਕੋਈ ਸੱਚਾ ਸੁੱਚਾ ਕਲਾਮ ਨਹੀਂ ਹੋ ਸਕਦਾ। ਜੋ ਮੇਰੀ ਜ਼ਿੰਦਗੀ ਦੇ ਵਿੱਚ ਅੱਜ ਆਉਣਾ ਸੀ, ਇਹ ਤੁਸੀਂ ਬਹੁਤ ਲੰਮਾ ਟਾਈਮ ਪਹਿਲਾਂ ਦੱਸ ਦਿੱਤਾ ਸੀ ਕਿ ਆਵੇਗਾ ਦਿਨ, ਪਰ ਮੈਂ ਤੁਹਾਡੇ ਇਸ ਕਲਾਮ ਤੇ ਕਿੰਤੂ ਪ੍ਰੰਤੂ ਕੀਤਾ ਸੀ। ਅੱਜ ਸੱਚ ਜਾਣੇ
ਅੱਜ ਮੇਰੇ ਨਾਲ ਇਹ ਵਾਰਤਾ ਹੋ ਗਈ ਹੈ ਕਿ ਮੈਨੂੰ ਅੱਜ ਘਾਹ ਖਾ ਕੇ ਗੁਜ਼ਾਰਾ ਕਰਨਾ ਪੈ ਰਿਹਾ। ਗੁਰੂ ਨਾਨਕ ਦੀ ਗੁਰਬਾਣੀ, ਜਿਸ ਨੇ ਸਜਦਾ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਗੁਰਬਾਣੀ ਨੂੰ ਕੀਤੀਆਂ ਨੇ, ਕਰੋੜਾਂ ਧਾਰਮਿਕ ਗ੍ਰੰਥਾਂ ਨੂੰ ਮਨੁੱਖ ਦੀਆਂ ਸਜਦਾ ਹੋ ਜਾਂਦੀਆਂ ਨੇ, ਪਰ ਇਸ ਦੇ ਜਿਹੜੇ ਵੀ ਕੋਈ ਮਨੁੱਖ ਆਪਣੀ ਜ਼ਿੰਦਗੀ ਦਾ ਇੱਕ ਬਹੁਤ ਉੱਚਾ ਤੇ ਸੁੱਚਾ ਰੁਤਬਾ ਬਣਾਉਣਾ ਚਾਹੁੰਦੇ ਨੇ, ਉਹਨਾਂ ਨੂੰ ਫਿਰ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਹੁਕਮ ਦੇ ਮੁਤਾਬਕ, ਜਿਵੇਂ ਗੁਰੂ ਸਾਹਿਬ ਦਾ ਹੁਕਮ ਹੈ ਉਸ ਤਰ੍ਹਾਂ ਆਪਣਾ ਜੀਵਨ ਬਤੀਤ ਕਰਨਾ ਪੈਂਦਾ ਹੈ। ਮਨੁੱਖ ਚਾਹੁੰਦਾ ਕਿ ਜਿਵੇਂ ਮੈਂ ਚਾਹੁੰਦਾ ਮੈਂ ਆਪਣਾ ਜੀਵਨ ਉਂਝ ਬਤੀਤ ਕਰਾਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਕਹਿੰਦੀ ਹੈ ਕਿ ਜੋ ਪਰਮੇਸ਼ਰ ਦਾ ਹੁਕਮ ਹੈ ਤੂੰ ਇਸ ਨੂੰ ਮੰਨ, ਦਰ ਦਰ ਤੇ ਜਾਣਾ ਛੱਡ ਦੇ, ਇੱਕੋ ਦਰਤਾ ਹੋ ਕੇ ਬਹਿ ਜਾ। ਵਾਰੀ ਵਾਰੀ ਜਿਹੜੀਆਂ ਹੈ ਇਹ ਦਰ ਦਰ ਤੋਂ ਜਾ ਕੇ ਆਪਣੀਆਂ ਮੰਗਾਂ ਮੰਗਣੀਆਂ ਬੰਦ ਕਰ ਦੇ। ਜ਼ਿੰਦਗੀ ਤੈਨੂੰ ਇਸ ਵਾਸਤੇ ਨਹੀਂ ਮਿਲੀ ਹੋਈ। ਹਾਂ, ਅਗਰਵਾਈਜ਼ ਜੇ ਤੂੰ ਪਰਮੇਸ਼ਰ ਦੇ ਹੁਕਮ ਨੂੰ ਮੰਨ ਕੇ ਜੋ ਪਰਮੇਸ਼ਰ ਦਾ ਹੁਕਮ ਆਇਆ ਸਿਮਰਨ ਬੰਦਗੀ ਕਰਨੀ, ਜੇ ਉਹ ਹੁਕਮ ਮੰਨਦਾ ਹੈ ਤੇ ਦੁਨੀਆ ਦੇ ਰਾਜੇ ਮਹਾਰਾਜੇ ਵੀ ਤੇਰੀ ਜ਼ਿੰਦਗੀ ਦੇ ਅੱਗੇ ਸੀਸ ਝੁਕਾਉਣਗੇ। ਦੁਨੀਆ ਦੇ ਰਾਜੇ ਮਹਾਰਾਜੇ। ਧਰੂ ਨੂੰ ਬੱਚਿਆਂ ਦੇ ਨਾਲ ਖੇਡਦਾ ਖੇਡਦਾ ਬੜੇ ਚਾਵਾਂ ਤੇ ਲਾਡਾਂ ਦੇ ਨਾਲ ਆਪਣੇ ਘਰ ਆਇਆ। ਜਦ ਆਪਣੇ ਘਰ ਆਇਆ ਨਾ ਤੇ ਆਪਣੇ ਬਾਪ ਦੀ ਬੁੱਕਲ ਦੇ ਵਿੱਚ ਜਾ ਬੈਠਾ। ਧਰੂ ਛੋਟਾ ਜਿਹਾ, ਭਾਈ ਗੁਰਦਾਸ ਨੇ ਹਵਾਲਾ ਦਿੱਤਾ ਹੈ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਟਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਤੇ ਧਰੂ ਦੀ ਇੱਕ ਮਾਂ ਸੀ, ਮਤਰੇਈ ਮਾਂ। ਆਪਣੇ ਬਾਪ ਦੇ ਨਾਲ ਉਹਦੀ ਨਿੱਘੀ ਗੋਦ ਦੇ ਵਿੱਚ ਬੈਠ ਕੇ ਸੁੱਖ ਮਾਣਦਾ ਹੈ, ਬੜਾ ਹੱਸਦਾ ਹੈ, ਖੇਡ ਰਿਹਾ ਆਪਣੇ ਬਾਪ ਦੇ ਨਾਲ। ਕਿਉਂਕਿ ਬੱਚਿਆਂ ਵਾਸਤੇ ਜਿਹੜਾ ਬਾਪ ਹੈ ਉਹ ਇੱਕ ਤਰ੍ਹਾਂ ਦਾ ਖਿਡੌਣੇ ਦੀ ਤਰ੍ਹਾਂ ਬੱਚੇ ਬਾਪ ਨੂੰ ਲੈ ਲੈਂਦੇ ਹਨ। ਬਹੁਤੇ ਬੱਚੇ ਤੇ ਐਸੇ ਵੀ ਹੁੰਦੇ ਨੇ ਜਿਹੜੇ ਆਪਣੇ ਬਾਪ ਨੂੰ ਕਹਿ ਦਿੰਦੇ ਨੇ ਤੂੰ ਘੋੜਾ ਵੱਢ ਤੇ ਮੈਂ ਤੇਰੇ ਤੇ ਸਵਾਰੀ ਕਰਨੀ ਹੈ। ਬੱਚੇ ਜੋ ਹੋਏ, ਨਿਦਾਨ ਬੱਚੇ। ਧਰੂ ਆਪਣੇ ਬਾਪ ਦੇ ਨਾਲ ਉਸ ਦੀ ਬੁੱਕਲ ਦੇ ਵਿੱਚ ਬੈਠ ਕੇ ਅਨੇਕਾਂ ਤਰ੍ਹਾਂ ਦੇ ਖੇਲ ਖੇਲਦਾ ਹੈ, ਬੜਾ ਹੱਸਦਾ ਹੈ। ਜਦ ਉਸ ਦੀ ਮਤਰੇਈ ਮਾਂ ਨੇ ਦੇਖਿਆ ਨਾ ਤੇ ਉਹਨੇ ਬੜਾ ਮਨ ਵਿੱਚ ਰੋਸ ਕੀਤਾ ਕਿ ਇਹ ਆਪਣੇ ਬਾਪ ਦੀ ਗੋਦ ਵਿੱਚ ਬਹਿੰਦਾ, ਬੜਾ ਹੱਸੀ ਖੇਡੀ ਜਾਂਦਾ ਹੈ। ਉਹ ਮਤਰੇਈ ਮਾਂ ਨੇ ਰੋਸ ਕਰਕੇ ਉਸ ਦੇ ਕੋਲ ਆਈ ਤੇ ਧਰੂ ਨੂੰ ਬਾਹੋਂ ਪਕੜ ਕੇ ਤੇ ਉਹਦੀ ਬਾਪ ਦੀ ਬੁੱਕਲ ਚੋਂ ਕੱਢਤਾ। ਬਾਪ ਦੀ ਬੁੱਕਲ ਚੋਂ ਕੱਢਤਾ, ਨਾਲ ਬਚਨ ਕੀਤੇ, ਕਹਿੰਦੀ ਐ ਧਰੂ, ਜੇ ਤੂੰ ਆਪਣੇ ਇਸ ਬਾਪ ਦੀ ਗੋਦ ਵਿੱਚ ਖੇਡਣਾ ਸੀ ਨਾ ਤੇ ਫਿਰ ਤੂੰ ਮੇਰੀ ਕੁੱਖ ਦੇ ਵਿੱਚੋਂ ਜਨਮ ਲੈਂਦਾ, ਫਿਰ ਤੂੰ ਮੇਰੀ ਕੁੱਖ ਦੇ ਵਿੱਚੋਂ ਜਨਮ ਲੈਣਾ ਸੀ। ਹੁਣ ਜਿਹੜੀ ਮਾਂ ਦੀ ਕੁੱਖ ਦੇ ਵਿੱਚੋਂ ਜਨਮ ਲੈਤਾ ਤੂੰ ਆਪਣੀ ਮਾਂ ਦੇ ਕੋਲੇ ਜਾ ਕੇ ਖੇਲ। ਐਸਾ ਬਚਨ ਮਤਰੇਈ ਮਾਂ ਨੇ ਕਿਹਾ। ਔਰਤ ਜਾਮੇ ਦੇ ਵਿੱਚ ਭਾਵੇਂ ਮਾਵਾਂ ਨੂੰ ਬੜੇ ਪੁੱਤਰ ਪਿਆਰੇ ਹੁੰਦੇ ਨੇ, ਇਹ ਦੁਨੀਆ ਕਹਿੰਦੀ ਹੈ, ਸਾਰੀ ਦੁਨੀਆ ਮਾਵਾਂ ਨੂੰ ਬੜੇ ਪੁੱਤਰ ਪਿਆਰੇ ਹੁੰਦੇ ਨੇ, ਪਰ ਮਾਂ ਨੂੰ ਸਿਰਫ ਆਪਣਾ ਪੁੱਤ ਪਿਆਰਾ ਲੱਗਦਾ, ਦੂਜੇ ਦਾ ਪਿਆਰਾ ਨਹੀਂ ਲੱਗਦਾ। ਮਾਫ ਕਰਨਾ, ਦੂਜੇ ਦਾ ਪਿਆਰਾ ਨਹੀਂ ਲੱਗਦਾ। ਆਪਣਾ ਪੁੱਤਰ ਕਿੰਨਾ ਵੀ ਕਰੂਪ ਕਿਉਂ ਨਾ ਹੋਵੇ ਗੋਦ ਵਿੱਚ ਰੱਖਦੀ ਹੈ, ਦੂਜੇ ਦਾ ਪੁੱਤਰ ਜਿੰਨਾ ਮਰਜ਼ੀ ਸੋਹਣਾ ਸੁਨੱਖਾ ਹੋਵੇ ਆਪਣੀ ਗੋਦ ਦੇ ਵਿੱਚ ਨਹੀਂ ਬਿਠਾਉਂਦੀ। ਕਹਿੰਦੇ ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਨੂੰ। ਮਾਂ ਨੂੰ ਸਿਰਫ ਆਪਣਾ ਪੁੱਤ ਪਿਆਰਾ ਲੱਗਦਾ, ਭਾਵੇਂ ਕਿੰਨਾ ਮਰਜ਼ੀ ਕਰੂਪ ਹੋਵੇ। ਪਰਮਾਤਮਾ ਨੂੰ ਜਿੰਨਾ ਮਰਜ਼ੀ ਕਰੂਪ ਹੋਵੇ, ਇਹ ਸਾਰੀ ਸ੍ਰਿਸ਼ਟੀ ਸਾਜੀ ਹੋਈ ਹੈ, ਸਾਰੀ ਸ੍ਰਿਸ਼ਟੀ ਰੱਬ ਨੂੰ ਪਿਆਰੀ ਲੱਗਦੀ ਹੈ।
ऐसा तो संसार दे विच होया है, इतिहास दे विच होया है। इतिहास दे विच जदों छेवें पातशाह हरगोबिंद साहिब जी महाराज का जन्म होंदा है बाल लीला दे विच, ते एक औरत जामे दे विच मां जिन्हें अपनी कुख दे विचों पहला पुत्र नूं जन्म दिता सी, अज की चली है अपने आस्थना ते जहर ला के गुरु अर्जन देव साहब महाराज दे साहिबजादे हरगोबिंद साहिब जी महाराज नूं खत्म करने वास्ते चली है। आस्थना ते ला लिया जहर कि मैं इस बालक नूं दुध पिलाउण वास्ते आई है। पुराने जमानिਆਂ ਦੇ ਵਿੱਚ जब बच्चे का जन्म होंदा ते उहदे बच्चे की जिहड़ी पालन पोषण सी लंबे टाइम तक उहदी दाई मां करदी हुंदी सी, लंबे टाइम तक। आप संगतां नूं इस बारे पता है। ते उन्हें आस्थना ते जहर ला के पृथ्वी चंद के कहण ते उन्हां दे परिवार के कहण ते आस्थना ते दुध ला के छेवें पातशाह हरगोबिंद साहिब जी महाराज नूं खत्म करने वास्ते चली है। पर उन्हां नूं खत्म करे कौन? खत्म करे कौन? तो सिर्फ ते सिर्फ मां नूं अपना पुत प्यारा हुंदा है। रब ने जिन्नी सृष्टि पैदा की है, रब सारी सृष्टि नूं प्यार करदे ने। इतिहास दे विचों हवाले ले लो, इतिहास भरिया पिया इन्हां गल्लां दे नाल। गुरु साहिब जी महाराज किरपा करन, कहंदी मेरी कुख दे विचों जन्म लेना सी जे तूं अपने प्यो की गोद विच खेडना सी। ते धरू जदों उहदी गोद दे विचों कढ़िया गया बाप दिओं ते धरू ने रोना शुरू कर दिता। बड़ा रोया, रोंदा रोंदा अपनी जिथे झुंपड़ी पाई हुई सी ना उहदी मां दी, ते अपनी मां दे कोल चलिया गया रोंदा रोंदा। जद अपनी मां दे कोल चलिया गया तो मां ने बुक्कल दे विच ले लिया रोंदे रोंदे पुत्तर नूं। पुत्तर तूं ते बालकां दे नाल खेड के बड़ा हस खेड के आउंदा हुंदा सी मेरे कोल, अज तूं रोंदा क्यों आ रही है? मां अज जिहड़ी मेरी वड्डी मां ना मैनूं उहने रवाया। की गल? कहंदे मैं अपने बाप दी गोद विच खेडदा सी ते खेडदे खेडदे नूं मैनूं बाहों पकड़ के मेरे बाबल दी मेरे पिता दी गोद विचों कढ के कहंदी है कि जे तू इहदी गोद विच खेडना सी ते मेरी कुख तो जन्म लेना सी। मां तू मैनूं एक गल दस कि तू मेरे बाप दी राणी है जां तू मेरे बाप दी गोली है? क्योंकि धरू दी मतरे मां सी जिहड़ी वो तो महलों में रहिंदी सी, ते धरू दी जिहड़ी मां सी वो छन दे विच रहिंदी सी। उहने मैनूं कहा कि अज तो बाद तू कदे अपने पिता की गोद विच नहीं बैठ सकदा, जे इहदी गोद दे विच बैठू तो सिर्फ मेरा पुत्र बैठूगा, सिर्फ मेरा पुत्र। मां हुण मैं अपने पिता की गोद दे विच नहीं बैठ सकदा, तो जे मैं पिता की गोद विच नहीं बैठ सकदा तो मैनूं पिता दे प्यार का पता की लगूगा कि पिता किहो जिहा प्यार करदा है, पिता किहो जिहा प्यार करदा है। पिता दा मां दा अपना लाड है बच्चों प्रति, ते पिता दा अपना लाड है बच्चों प्रति। माफ़ करना, समाज दे विच जिहड़ियां मावां ने अपने बच्चों नूं ज़्यादा लाड़ लड़ा के अपनी गोद विच रखिया कामयाब नहीं होए। जिहड़े पिता ने अपने पुत्र नूं बिल्कुल झिड़कदा रहा है, मारा मारदा रहा है, दुनिया ते हर एक कोने ते कामयाब नहीं, क्योंकि बहुता लड़ाया होया लाड़, बहुता कीता होया प्यार अक्सर मनुख की बच्चों की जिंदगी नूं एक जगह ते रोक के रख दिंदा है, इक्को जगह ते रोक के रख दिंदा है। बहुता लाड़ लड़ाया ते बहुते लाड़ दे विच की हुंदा है, बच्चे नूं समय सिर ते भोजन खाण वास्ते देना, जो उहने मंगिया उहदी डिमांड पूरी कर देनी, पहनण वास्ते जो बच्चे ने मंगिया वो भी दे देना, पर उहनूं किसी काम ते ना लाउणा, इहनूं बहुता लाड़ कहंदे ने।
ਬਹੁਤਾ ਲਾੜ। ਤੇ ਜਿਨ੍ਹਾਂ ਨੇ ਇਹੋ ਜਿਹੇ ਬਹੁਤੇ ਲਾੜ ਲੜਾਏ ਨੇ ਅਕਸਰ ਉਹ ਬੱਚੇ ਕਾਮਯਾਬ ਨਹੀਂ ਹੁੰਦੇ, ਕਾਮਯਾਬ ਨਹੀਂ ਹੁੰਦੇ। ਪੁਰਾਣੇ ਜ਼ਮਾਨਿਆਂ ਦੇ ਵਿੱਚ ਜਦੋਂ ਬੱਚੇ ਵਿੱਦਿਆ ਪੜ੍ਹਦੇ ਸੀ ਉਦੋਂ ਸਕੂਲਾਂ ਦੇ ਵਿੱਚ ਟੀਚਰ ਬੱਚਿਆਂ ਨੂੰ ਬੜੀਆਂ ਮਾਰਾਂ ਮਾਰਦੇ, ਉਹਨਾਂ ਦੇ ਥੱਪੜ ਪੈਂਦੇ। ਅਗਰਵਾਈਜ਼ ਜੇ ਬੱਚਾ ਕੋਈ ਜ਼ਿਆਦਾ ਨਲਾਇਕ ਹੁੰਦਾ ਤੇ ਟੀਚਰ ਉਹਨੂੰ ਡੰਡਿਆਂ ਦੇ ਨਾਲ ਕੁੱਟਦੇ ਹੁੰਦੇ ਸੀ ਸਕੂਲਾਂ ਦੇ ਵਿੱਚ। ਤੇ ਬੱਚੇ ਬੜੇ ਉਹਨਾਂ ਦਾ ਦਿਮਾਗ ਚੱਲਦਾ ਸੀ, ਹੁਸ਼ਿਆਰ ਹੁੰਦੇ ਸੀ। ਹੁਣ ਸਰਕਾਰ ਨੇ ਨਿਯਮ ਬਦਲਤੇ ਕਿ 8ਵੀਂ ਕਲਾਸ ਤੋਂ ਪਹਿਲਾਂ ਬੱਚੇ ਨੂੰ ਤੁਸੀਂ ਫੇਲ ਨਹੀਂ ਕਰਨਾ, ਇੱਕ ਨਿਯਮ। ਦੂਜਾ ਨਿਯਮ, ਕਦੀ ਵੀ ਕਿਸੇ ਬੱਚੇ ਤੇ ਤੁਸੀਂ ਟੀਚਰਾਂ ਨੇ ਹੱਥ ਨਹੀਂ ਚੱਕਣਾ। ਤੋ ਜੇ ਟੀਚਰ ਅੱਜ ਹੱਥ ਨਹੀਂ ਚੱਕਦੇ, ਬੱਚਿਆਂ ਨੂੰ 8ਵੀਂ ਕਲਾਸ ਤੱਕ ਫੇਲ ਨਹੀਂ ਕਰਦੇ, ਤਾਂ ਅੱਜ ਬੱਚਿਆਂ ਦੀ ਪੜ੍ਹਾਈ ਦੇਖ ਲਿਓ ਕਿ ਬੱਚਿਆਂ ਨੂੰ ਬਿਲਕੁਲ ਕੁਝ ਵੀ ਨਹੀਂ ਆਉਂਦਾ, ਕੁਝ ਵੀ ਨਹੀਂ ਆਉਂਦਾ। ਅਗਰਵਾਈਜ਼ ਇਹਨਾਂ ਨੂੰ ਕਹੋ ਕਿ ਤੁਸੀਂ ਕਿਤਾਬਾਂ ਚੱਕ ਕੇ ਪੜ੍ਹ ਲਓ, ਉਤੋਂ ਅਗਾਹਾਂ ਤੋਂ ਧਮਕੀਆਂ ਦੇ ਦਿੰਦੇ ਨੇ ਕਿ 8ਵੀਂ ਤੱਕ ਤੇ ਫੇਲ ਕਰਨਾ ਨਹੀਂ, ਪੜ੍ਹਨ ਦਾ ਕੀ ਫਾਇਦਾ। ਆਪ ਜੀ ਨਾਲ ਗੱਲਾਂ ਤੋਂ ਸਿਆਣੇ ਹੋ। ਉਹ ਸੋਨਾ ਕਦੇ ਗਹਿਣਾ ਨਹੀਂ ਬਣਦਾ ਜਿਹੜਾ ਅੱਗ ਦੇ ਵਿੱਚ ਦੀ ਨਾ ਨਿਕਲੇ, ਅੱਗ ਦੇ ਵਿੱਚ ਦੀ ਨਾ ਨਿਕਲੇ। ਉਹ ਬੱਚੇ ਦੀ ਜ਼ਿੰਦਗੀ ਕਦੇ ਪੂਰਨ ਰੂਪ ਦੇ ਵਿੱਚ ਕਾਮਯਾਬ ਨਹੀਂ ਹੁੰਦੀ ਜਿਹੜਾ ਬੱਚੇ ਨੂੰ ਪੀੜਾ ਦੇ ਵਿੱਚ ਨਹੀਂ ਕੱਢਿਆ ਗਿਆ। ਤੋ ਪੀੜਾ ਸਹਿ ਕੇ ਹੀ, ਪੀੜਾ ਸਹਿ ਕੇ ਜ਼ਿੰਦਗੀ ਬਣਦੀ ਹੈ, ਬਿਨਾਂ ਪੀੜਾ ਸਹੀ ਤੋਂ ਨਹੀਂ। ਮਾਂ ਨੂੰ ਪੁੱਛਣ ਲੱਗਿਆ ਧਰੂ, ਕਹਿਣ ਲੱਗਿਆ ਮਾਤਾ ਤੂੰ ਮੈਨੂੰ ਦੱਸ ਕੇ ਤੂੰ ਮੇਰੇ ਬਾਪ ਦੀ ਰਾਣੀ ਹੈ ਜਾਂ ਗੋਲੀ ਹੈ। ਉਹ ਕਹਿਣ ਲੱਗੇ ਪੁੱਤਰ ਹਾਂ ਤਾਂ ਮੈਂ ਤੇਰੇ ਬਾਪ ਦੀ ਰਾਣੀ, ਹਾਂ ਤਾਂ ਮੈਂ ਤੇਰੇ ਬਾਪ ਦੀ ਰਾਣੀ। ਇਹ ਭਾਈ ਗੁਰਦਾਸ ਜੀਆਂ ਨੇ ਇਹ ਲੰਮਾ ਚੌੜੀ ਜਿਹੜੀ ਵਾਰ ਦੇ ਵਿੱਚ ਆਪਣਾ ਹਵਾਲਾ ਦਿੱਤਾ ਹੈ, ਸਾਰਾ ਹਵਾਲਾ ਦੇਣ ਦੇ ਤੇ ਆਪਣੇ ਕੋਲ ਸਮਾਂ ਨਹੀਂ ਹੈ। ਹਾਂ ਤਾਂ ਮੈਂ ਤੇਰੇ ਬਾਪ ਦੀ ਰਾਣੀ, ਪਰ ਮੈਂ ਪਿਛਲੇ ਜਨਮ ਦੇ ਵਿੱਚ ਕੋਈ ਭਗਤੀ ਨਹੀਂ ਕੀਤੀ ਸੀ, ਇਸ ਕਰਕੇ ਮੈਂ ਰਾਣੀ ਹੋਣ ਦੇ ਬਾਵਜੂਦ ਵੀ ਅੱਜ ਗੋਲੀਆਂ ਵਰਗਾ ਸਮਾਂ ਬਤੀਤ ਕਰ ਰਹੀ ਹਾਂ। ਹਾਂ ਮੈਂ ਰਾਣੀ, ਪਰ ਗੋਲੀਆਂ ਵਰਗਾ ਸਮਾਂ ਬਤੀਤ ਕਰ ਰਹੀ ਹਾਂ। ਕਹਿੰਦੇ ਮਾਂ ਫਿਰ ਮੈਨੂੰ ਤਰੀਕਾ ਦੱਸ ਕਿ ਕਿਹੜੇ ਤਰੀਕੇ ਦੇ ਨਾਲ ਮੈਂ ਆਪਣੇ ਬਾਪ ਦੀ ਗੋਦ ਦਾ ਨਿੱਘ ਮਾਣ ਸਕਾਂ, ਉਹ ਤਰੀਕਾ ਕਿਹੜਾ ਹੈ। ਧਰੋ ਦੀ ਮਾਂ ਕਹਿਣ ਲੱਗੀ ਪੁੱਤਰਾ, ਕਹਿੰਦੀ ਤੈਨੂੰ ਤੇਰੀ ਮਤਰੇਏ ਮਾਂ ਨੇ, ਤੇਰੀ ਮਤਰੇਏ ਮਾਂ ਨੇ ਤੈਨੂੰ ਤੇਰੇ ਪਿਤਾ ਦੀ ਗੋਦ ਵਿੱਚੋਂ ਕੱਢਿਆ। ਜੇ ਤੈਨੂੰ ਇਸ ਪਿਤਾ ਦੀ ਗੋਦ ਵਿੱਚੋਂ ਕੱਢਿਆ ਤੂੰ ਸਿਮਰਨ ਬੰਦਗੀ ਦੇ ਵਿੱਚ ਲੱਗ ਜਾ, ਜਗਤ ਪਿਤਾ ਦੀ ਗੋਦ ਦੇ ਵਿੱਚ ਬੈਠ ਜਾਵੀਂ, ਉੱਥੇ ਤੈਨੂੰ ਕੋਈ ਉਠਾਏਗਾ ਨਹੀਂ, ਉੱਥੋਂ ਤੈਨੂੰ ਕੋਈ ਉਠਾਏਗਾ ਨਹੀਂ। ਮਾਂ ਉਹ ਜਗਤ ਪਿਤਾ ਦੀ ਗੋਦ ਵਿੱਚ ਜਦ ਮੈਂ ਜਾਵਾਂ ਤੇ ਉੱਥੇ ਕੋਈ ਮੇਰੀ ਮਤਰੇਏ ਮਾਂ ਤੇ ਨਹੀਂ ਹੋਵੇਗੀ। ਮਾਂ ਕਹਿਣ ਲੱਗੀ ਨਹੀਂ, ਉੱਥੇ ਤੇਰੀ ਕੋਈ ਮਤਰੇਏ ਮਾਂ ਨਹੀਂ ਹੋਊਗੀ ਔਰ ਕਦੀ ਵੀ ਤੈਨੂੰ ਉਹ ਜਗਤ ਪਿਤਾ ਦੀ ਗੋਦ ਦੇ ਵਿੱਚੋਂ ਤੈਨੂੰ ਕੋਈ ਉਠਾ ਨਹੀਂ ਸਕੇਗਾ, ਉਠਾ ਨਹੀਂ ਸਕੇਗਾ। ਮਾਂ ਫਿਰ ਮੈਨੂੰ ਐਸੇ ਪਿਤਾ ਦੀ ਗੋਦ ਵਿੱਚ ਬੈਠਣ ਵਾਸਤੇ ਕੀ ਕਰਨਾ ਪਵੇਗਾ। ਐ ਮੇਰੇ ਪੁੱਤਰ ਧਰੂ, ਜੇ ਤੂੰ ਜਗਤ ਪਿਤਾ ਦੀ ਗੋਦ ਵਿੱਚ ਬੈਠਣਾ ਹੈ ਤੇ ਤੈਨੂੰ ਸਿਮਰਨ ਕਰਨਾ ਪਊਗਾ, ਸਿਮਰਨ ਕਰਨਾ ਪਊਗਾ, ਬੰਦਗੀ ਕਰ, ਜਗਤ ਪਿਤਾ ਦੀ ਗੋਦ ਵਿੱਚ ਬੈਠ ਜੀ। ਜਿਸ ਦਿਨ ਤੋਂ ਸਿਮਰਨ ਬੰਦਗੀ ਕਰਕੇ ਜਗਤ ਪਿਤਾ ਦੀ ਗੋਦ ਵਿੱਚ ਜਾ ਕੇ ਬੈਠਾ, ਇਹੋ ਜਿਹੇ ਦੁਨੀਆਦਾਰੀ ਦੇ ਕਰੋੜਾਂ ਬਾਪ ਤੇਰੇ ਚਰਨਾਂ ਤੇ ਆ ਕੇ ਸਜਦਾ ਕਰਿਆ ਕਰਨਗੇ। ਇਹ ਗੱਲ ਇੱਕ ਮਾਂ ਨੇ ਕਹੀ ਹੈ ਆਪਣੇ ਪੁੱਤਰ ਨੂੰ। ਉਸੇ ਵਕਤ ਇਹ ਵਚਨ ਸੁਣ ਕੇ ਮਾਂ ਦਾ ਰਾਤ ਨੂੰ ਦੋਨੇ ਹੀ ਮਾਂ ਪੁੱਤਰ ਸੌਂ ਗਏ ਨੇ। ਅੱਧੀ ਰਾਤ ਨੂੰ ਉੱਠਿਆ, ਆਪਣੇ ਮਾਂ ਦੇ ਚਰਨਾਂ ਤੇ ਸੀਸ ਰੱਖਿਆ, ਉਹ ਝੌਂਪੜੀ ਦੇ ਵਿੱਚ ਲੈ ਮਾਂ ਮੈਨੂੰ ਮਾਫ ਕਰੀ, ਮੈਂ ਤੈਨੂੰ ਬਿਨਾਂ ਦੱਸੇ ਤੋਂ ਅੱਜ ਜਗਤ ਪਿਤਾ ਦੀ ਗੋਦ ਦੇ ਵਿੱਚ ਬੈਠਣ ਵਾਸਤੇ ਚੱਲਿਆ। ਰਾਤ ਨੂੰ ਸੁੱਤੀ ਪਈ ਮਾਂ ਨੂੰ ਧਰੂ ਛੱਡ ਗਿਆ ਤੇ ਛੱਡ ਕੇ ਜੰਗਲਾਂ ਦੇ ਵਿੱਚ ਚਲਿਆ ਗਿਆ। ਜੰਗਲਾਂ ਦੇ ਵਿੱਚ ਬੈਠ ਕੇ ਸਿਮਰਨ ਬੰਦਗੀ ਕਰਨ ਦੇ ਯਤਨ ਕੀਤੇ, ਕੋਈ ਗੱਲ ਨਾ ਬਣੀ। ਥੋੜਾ ਸਮਾਂ ਪਿਆ, ਫਿਰ ਖੜ ਕੇ ਬੰਦਗੀ ਸ਼ੁਰੂ ਕਰ ਦਿੱਤੀ। ਜਦ ਖੜ ਕੇ ਬੰਦਗੀ ਤੋਂ ਕੋਈ ਗੱਲ ਨਾ ਬਣੀ, ਇਸ ਧਰੂ ਨੇ, ਛੋਟੇ ਜਿਹੇ ਨਿਦਾਨ ਬੱਚੇ ਨੇ, ਇੱਕ ਲੱਤ ਤੇ ਖੜ ਕੇ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ, ਇੱਕੋ ਲੱਤ ਤੇ। ਮਹਿਜ 5 ਸਾਲਾਂ ਦੀ ਉਮਰ,
एक लत्त ते खड़ के जदों बंदगी शुरू कर दी थी इस बच्चे ने, ते जिन्ने जंगल दे विच पशु पंछी बनस्पति सी इन्हां सारियां दे साह रुकने शुरू हो गए ने। सारियां दे जद तड़फन लगे, क्योंकि बनस्पति भी साह लैंदी है, सब चीज़ आपो अपनी जगह ते साह लैंदे ने। फिर उन्होंने सब ने कहा कि ऐ परमात्मा, इस निदान बच्चे नूं जिहड़ा एक लत्त ते खड़ा तू जल्दी आके मिल, वरना साडे सब दे सब प्राण निकल जाने ने। ये तो बड़ा हैरान कर देने वाली गल। ते जद इको लत्त ते खड़े ध्रुव दे सामने परमात्मा नूं फिर उहदे सामने आके बैठना पिया। जद ध्रुव दियां अखां खोलियां, ऐ मेरे पुत्र किस वास्ते बंदगी करना है? ध्रुव ने फिर हाथ जोड़ के बेनती की है, मेरे परमात्मा मैनू मेरी माँ ने कहा है मैं बंदगी सिर्फ ते सिर्फ इस करके करदा है कि मैं जगत पिता की गोद विचों बैठना चाहुंदा जिथों मैनू कोई उठावे ना, जिथों मैनू कोई उठावे ना। मेरी माँ ने यह गल कही है। माँ का कहा होया वचन सिमरन बंदगी ऐसी की, परमात्मा नूं खुद नूं प्रगट होना पै गया। ते परमात्मा ने छोटे जे निदान बच्चे नूं चुक के अपनी गोद विच बिठा लिया। कहंदे लै ध्रुव, जे तेरी माँ ने तैनूं कह के तोरिया है ते अज तो बाद तू जगत पिता की गोद विच बैठ गया, अज तो बाद तैनूं कोई हुण उठावेगा नहीं। बोलो सतनाम। तैनूं कोई अज तो बाद उठावेगा नहीं। तो जगत पिता की गोद विच ऐसे बैठा। गुरबाणी ने भी स्पष्टीकरण दिता है, ऐ दुनिया के लोगो जे तुसी परमात्मा का नाम जपना है, राम जपो जी ऐसे ऐसे, ध्रुव प्रहलाद जप्यो हर जैसे। गुरबाणी ने हवाला दिता है, ध्रुव ते प्रहलाद की तरह तुसी नाम जपो जे जपना। तो जगत पिता की गोद विच बैठे ये मतरे माँ ने घरों कढ़िया सी, अपने जगत पिता की गोद दे विचों कढ़ दिता सी। तो माँ ने ऐसा एक बचन ते अमल करके ध्रुव जगत पिता की गोद दे विच जा बैठा। तो जिमें दुनियादारी दे विच माँ नूं अपना पुत्र प्यारा है, ऐसे तरह ही रब नूं अपने भगत प्यारे ने। परमात्मा जो उन्हां दी डिमांड होवे, जो उन्हां दी मंग होवे, उन्हां दी झोली दे विच पा दिंदा है। पर जेड़े रब दे भगत बन जाण वो कदे परमात्मा तो आ छोटियां मोटियां चीज़ां नहीं मंगते। जेड़े रब दे भगत बन जाण। राजे महाराजे दे दरबार विच कोई जावे ते राजे महाराजे नूं जाके कह देवे, राजन मैं तेरे बहुत वड्डे दरबार विच आया है, तेरा वड्डा तख्त ताज है, तू बहुत वड्डा राजा महाराजा है, पर मैं तेरे दरबार विच आया मंगना। राजा कहे तू मंग, ते अगों मनुख कह देवे कि तू मैनूं तूड़ी दी पंड दे दे। तो नले ते अपनी बेइज्जती करवा ली, नले राजे दी। मंगना भी किसे नूं आउंदा है। जे राजे महाराजे दे दरबार विच जाइए ते छोटी मोटी मंग नहीं मंगी दी। जे परमात्मा दे घर दे विच आइए ते छोटी मोटी मंग निरंतर लगातार मंगते रहना, मंगते रहना, मंगते रहना, एक दिन बिल्कुल जिंदगी मंगतियां दी तरह बन जाती है। गुरु साहिब जी महाराज कहते ने, जगत दे विच मैं तैनूं मंगता नहीं बना के तोरिया, जगत दे विच तैनूं मंगता नहीं बना के तोरिया, तैनूं ते बादशाह बना के तोरिया है। ते जे बादशाह की तरह जिंदगी जिउणी चाहुंदा है ते अमृत वेले परमात्मा दे दर ते भिखारी बन जा कर, फिर तैनूं पता लगू कि बादशाह की तरह जिंदगी किवें जिउणी है। ये गुरु साहिब जी महाराज जी ने गुरबाणी दे विच अते भाई गुरदास जी ने हवाले दिते ने सतगुरु महाराज जी दे, जो भाई गुरदास जी नूं उन्हां दी बाणी नूं गुरु साहिब जी महाराज जी ने कुंजी का खिताब दिता है। गुरु साहिब जी महाराज किरपा करन। समाप्ति का अपना समा हो गया। भुलां चुकां दी खिमा आईयां संगतां दा धन्नवाद। प्रेम दे नाल सारी संगत बुलायो फतेह। वाहिगुरू जी का खालसा, वाहिगुरू जी की फतेह।